Good morning, students. This is Rajpinder from Karnanak Public Senior Secondary School. ਬੱਚਿਓ +1 ਕਲਾਸ ਦੀ ਆਪਾਂ ਕੱਲ ਜਨਰਲ ਇੰਗਲਿਸ਼ ਸਟਾਰਟ ਕੀਤੀ ਸੀ। ਇੰਗਲਿਸ਼ ਸਬਜੈਕਟ ਕੱਲ ਸਟਾਰਟ ਕੀਤਾ ਸੀ ਆਪਾਂ। ਬੁੱਕ ਦਾ ਨਾਮ ਹੈਗਾ ਆ ਪੈਨੋਰਾਮਾ ਆਫ ਲਾਈਫ। ਬੁੱਕ ਦੇ ਵਿੱਚ 3 ਪਾਰਟ ਨੇ, ਇੰਟੈਂਸਿਵ, ਪੋਇਟਰੀ ਤੇ ਐਕਸਟੈਂਸਿਵ। ਇੰਟੈਂਸਿਵ ਸਟੱਡੀ ਆਪਾਂ ਸਟਾਰਟ ਕੀਤੀ, ਜਿਹਦੇ ਵਿੱਚ ਆਪਾਂ ਪਹਿਲਾ ਚੈਪਟਰ ਕਰਦੇ ਪਏ ਹਾਂ ਜੈਂਡਰ ਵਾਈਜ਼। ਕਿਸ ਲੇਖਕ ਦੇ ਦੁਆਰਾ ਲਿਖਿਆ ਗਿਆ ਵਾ? ਸੁਧਾ ਮੂਰਤੀ ਦੇ ਦੁਆਰਾ ਲਿਖਿਆ ਗਿਆ। ਕੱਲ੍ਹ ਇਹਦੀ ਮੈਂ ਤੁਹਾਨੂੰ ਇੰਟਰੋਡਕਸ਼ਨ ਦੱਸੀ ਵੀ ਸੁਧਾ ਮੂਰਤੀ ਕੌਣ ਸੀ, ਕੀ ਕੰਮ ਕਰਦੀ ਸੀ, ਕਿਉਂ ਫੇਮਸ ਸੀ, ਅਤੇ ਫਿਰ ਆਪਾਂ ਹੁਣ ਉਹਦੇ ਬਾਰੇ ਪੜ੍ਹਿਆ ਵੀ ਸੀ। ਥੋੜ੍ਹਾ ਚੈਪਟਰ ਸਟਾਰਟ ਕੀਤਾ ਸੀ ਵੀ ਉਹ ਕਹਿੰਦੀ ਸੀ ਵੀ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, ਜਦੋਂ ਉਹ ਬਚਪਨੇ ਦੇ ਵਿੱਚ ਹੀ ਵੀ ਜੇ ਨੌਜਵਾਨ ਹੀ ਉਹ ਅਖੀਰਲੇ ਸਾਲ ਵਿੱਚ ਹੀ ਜਿਹੜਾ ਬੰਗਲੌਰ ਦੇ ਵਿੱਚ, ਇਹ ਚੀਜ਼ਾਂ ਮੈਂ ਕੱਲ੍ਹ ਦੱਸ ਚੁੱਕਿਆ ਵੀ ਉਹਦੀ ਲਾਈਫ ਜਿਹੜੀ ਬੜੀ ਮਜ਼ੇਦਾਰ ਸੀ, ਵੀ ਉਹ ਇੰਨਾ ਹੈਲਪਲੈਸ ਫੀਲ ਕਦੀ ਕਰਦੀ ਨਹੀਂ ਸੀ, ਬੇਬਸ ਜਿਹਾ ਮਹਿਸੂਸ ਹੀ ਨਹੀਂ ਕਰਦੀ, ਕਾਫੀ ਖੁਸ਼ ਰਹਿੰਦੀ ਹੁੰਦੀ ਸੀ। ਅੱਜ ਆਪਾਂ ਨੈਕਸਟ ਪੇਜ ਨੰਬਰ 2 ਤੋਂ ਕਰਾਂਗੇ। ਕੀ ਕਹਿੰਦੀ ਆ? ਇਟ ਵਾਸ ਪ੍ਰੋਬੇਬਲੀ ਦਾ April of 1974। ਉਹ ਕਹਿੰਦੀ ਪਈ ਆ ਵੀ ਇਹ ਕਿਹੜੇ ਦਿਨਾਂ ਦੀ ਗੱਲ ਦੱਸਦੀ ਪਈ ਆ? 1974 1974 ਅਪ੍ਰੈਲ ਦੇ ਮਹੀਨੇ ਦੀ ਗੱਲ ਦੱਸਦੀ ਪਈ ਆ। ਬੰਗਲੌਰ ਵਾਸ ਗੈਟਿੰਗ ਵਾਰਮ ਐਂਡ ਗੁਲਮੋਹਰ ਜਿਹੜਾ ਦਰਖਤ ਦਾ ਨਾਮ ਆ, ਵਰ ਬਲੂਮਿੰਗ ਐਟ IISC ਇੰਡੀਅਨ ਇੰਸਟੀਟਿਊਟ ਆਫ ਸਾਇੰਸ ਕੈਂਪਸ। ਬੰਗਲੌਰ ਜਿਹੜਾ ਹੀ ਉਹ ਮਤਲਬ ਕਾਫੀ ਤਪਦਾ। ਸਾਊਥ ਸਟੇਟ ਹੈ ਨਾ, ਵੀ ਆਪਾਂ ਜਿੱਦਾਂ ਨੌਰਥ ਵਿੱਚ ਰਹਿੰਦੇ ਹਾਂ ਅਤੇ ਆਪਾਂ ਤਾਂ ਫਿਰ ਵੀ ਸਾਡੇ ਮੌਸਮ ਠੀਕ ਹੁੰਦਾ, ਪਰ ਸਾਊਥ ਵਾਲੇ ਬੰਨੇ ਕਾਫੀ ਗਰਮੀ ਹੁੰਦੀ ਆ। ਬੰਗਲੌਰ ਵਾਸ ਗੈਟਿੰਗ ਵਾਰਮ ਐਂਡ ਗੁਲਮੋਹਰ ਦਰਖਤ ਦਾ ਨਾਮ ਆ। ਉਹਦੇ 'ਤੇ ਫੁੱਲ, ਦਰਖਤ ਕਾਫੀ ਮਤਲਬ ਵੱਡਾ ਹੋ ਜਾਂਦਾ, ਉਹਦੇ ਉੱਪਰ ਫੁੱਲ ਨਿਕਲਦੇ ਨੇ, ਅਤੇ ਉਹ ਕੈਂਪਸ ਦੇ ਵਿੱਚ ਦਰਖਤ ਲੱਗਾ ਸੀ ਅਤੇ ਉਹ 'ਤੇ ਕਾਫੀ ਮਤਲਬ ਫੁੱਲਾਂ ਨਾਲ ਭਰਿਆ ਪਿਆ ਸੀ। ਆਈ ਵਾਸ ਦਾ ਓਨਲੀ ਗਰਲ ਇਨ ਮਾਈ ਪੋਸਟ ਗ੍ਰੈਜੂਏਟ ਡਿਪਾਰਟਮੈਂਟ। ਜਿਹੜਾ ਇਹਦਾ ਡਿਪਾਰਟਮੈਂਟ ਸੀ ਜਿੱਥੇ ਇਹ MTech ਕਰਦੀ ਪਈ ਸੀ, ਉਹਦੇ ਵਿੱਚ ਸਿਰਫ ਇਹ ਇੱਕੋ ਹੀ ਕੁੜੀ ਸੀ, ਬਾਕੀ ਸਾਰੇ ਮੁੰਡੇ ਇੰਜੀਨੀਅਰਿੰਗ ਕਰਦੇ ਹੀ, MTech ਕਰਦੇ ਪਏ ਸੀ, ਇਹ ਇਕੱਲੀ ਲੜਕੀ ਸੀ। ਅਤੇ ਇਹ ਕਿੱਥੇ ਰਹਿੰਦੀ ਹੁੰਦੀ ਸੀ? ਲੇਡੀਜ਼ ਹੋਸਟਲ ਵਿੱਚ, ਐਂਡ ਵਾਸ ਸਟੇਇੰਗ ਐਟ ਦਾ ਲੇਡੀਜ਼ ਹੋਸਟਲ। ਅਦਰ ਗਰਲਸ ਜਿਹੜੀਆਂ ਬਾਕੀ ਕੁੜੀਆਂ ਸੀ ਇਹਦੇ ਨਾਲ, ਵਰ ਪਰਸੂਇੰਗ ਰਿਸਰਚ ਇਨ ਡਿਫਰੈਂਟ ਡਿਪਾਰਟਮੈਂਟਸ ਆਫ ਸਾਇੰਸ। ਉਹ ਜੋ ਵੀ ਕੰਮ ਕਰਦੀਆਂ ਪਈ, ਜਿਸ ਵੀ ਸਟੱਡੀ ਵਿੱਚ ਆਈਆਂ ਸੀ, ਉਹਨਾਂ ਦੇ ਵੱਖਰੇ ਡਿਪਾਰਟਮੈਂਟ ਹੀ ਸਾਇੰਸ ਨਾਲ ਰਿਲੇਟਡ, ਉਹ MTech ਨਹੀਂ ਕਰਦੀਆਂ ਪਈਆਂ। I was looking forward to going abroad to complete a doctorate in computer science। ਇਹ ਅੱਗੇ ਬਾਰੇ ਸੋਚਦੀ ਪਈ ਸੀ ਵੀ ਮੈਂ ਬਾਹਰ ਚਲ ਜੂੰਗੀ ਤਾਂ ਕਿ ਮੈਂ ਕੀ ਕਰ ਸਕਾਂ। ਡਾਕਟਰੇਟ ਹੁੰਦੀ ਆ PhD ਜਿਹੜੀ ਹੁੰਦੀ ਨਾ, ਉਹਨੂੰ ਸ਼ਾਇਦ ਕਹਿੰਦਾ ਡਾਕਟਰੇਟ ਆਫ ਫਿਲੋਸਫੀ, ਇਹੋ ਹੀ ਹੁੰਦਾ ਡਾਕਟਰੇਟ ਆਫ ਫਿਲੋਸਫੀ। ਹੁਣ ਉਹ ਡਾਕਟਰੇਟ ਕਰਨਾ ਚਾਹੁੰਦੀ ਸੀ, PhD ਕਰਨਾ ਚਾਹੁੰਦੀ ਸੀ ਕਿਸ ਸਬਜੈਕਟ ਦੇ ਵਿੱਚ? ਕੰਪਿਊਟਰ ਸਾਇੰਸ ਦੇ ਵਿੱਚ। PA ਦਾ ਸੁਪਨਾ ਸੀ ਵੀ ਉਹ ਜਾਣਾ ਚਾਹੁੰਦੀ ਸੀ, ਬਾਹਰ ਜਾਣਾ ਚਾਹੁੰਦੀ ਸੀ ਅਤੇ ਇੱਦਾਂ ਦਾ ਕੁਝ ਕਰਨਾ ਚਾਹੁੰਦੀ ਸੀ। I had been offered scholarship from universities in the US ਅਮਰੀਕਾ ਲਈ ਆ, ਯੂਨਾਈਟਿਡ ਸਟੇਟਸ ਲਈ। ਹੁਣ ਇਹਨੂੰ ਜਿਹੜੀਆਂ ਵਾ ਕਾਫੀ ਸਕੋਲਰਸ਼ਿਪਸ ਵੀ ਆਫਰ ਹੋ ਰਹੀਆਂ ਸੀ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਵੀ ਤੂੰ ਸਾਡੇ ਇੱਥੇ ਐਡਮਿਸ਼ਨ ਲੈ, ਤੈਨੂੰ ਇੰਨੀ ਸਹਾਇਤਾ ਦਿੱਤੀ ਜਾਊਗੀ, ਪੈਸੇ ਦੀ ਸਕੋਲਰਸ਼ਿਪ। ਇਹ ਹੁੰਦਾ ਨਾ ਜਿਹੜਾ ਵਜ਼ੀਫਾ ਸਾਨੂੰ ਮਿਲਦਾ ਏ, ਇਹਨੂੰ ਆਫਰ ਹੁੰਦੀਆਂ ਪਈਆਂ ਸੀ। I had not thought of taking up a job in India। ਇਹਦਾ ਕੋਈ ਵਿਚਾਰ ਨਹੀਂ ਸੀ ਇੰਡੀਆ ਵਿੱਚ ਨੌਕਰੀ ਕਰਨ ਦਾ। One day while on the way to my hostel from our lecture hall complex, I saw an advertisement on the notice board। ਇੱਕ ਦਿਨ ਜਦੋਂ ਇਹ ਆਪਣੇ ਲੈਕਚਰ ਹਾਲ ਕੰਪਲੈਕਸ ਤੋਂ ਆਪਣੇ ਹੋਸਟਲ ਵੱਲ ਜਾ ਰਹੀ ਸੀ, ਇਹਦਾ ਧਿਆਨ ਪੈਂਦਾ, ਇਹ ਦੇਖਦੀ ਆ ਇੱਕ ਇਸ਼ਤਿਹਾਰ ਨੂੰ ਜਿਹੜਾ ਨੋਟਿਸ ਬੋਰਡ 'ਤੇ ਲੱਗਾ ਸੀ। It was a standard job recruitment notice from the famous automobile company Telco, now Tata Motors। ਇਹ ਇਸ਼ਤਿਹਾਰ ਕਾਹਦਾ ਹੀ? ਨੌਕਰੀ ਦਾ ਇਸ਼ਤਿਹਾਰ ਹੀ। ਸਟੈਂਡਰਡ ਮਤਲਬ ਜਿਹੜੀ ਚੰਗੇ ਪੱਧਰ ਦੀ ਨੌਕਰੀ ਹੋਵੇ, ਬੜੀ ਵਧੀਆ ਜੋਬ ਹੋਵੇ। ਕਿਸ ਕੰਪਨੀ ਨੇ ਇਹ ਇਸ਼ਤਿਹਾਰ ਕੱਢਿਆ ਸੀ? ਇੱਕ ਬੜੀ ਮਸ਼ਹੂਰ ਕੰਪਨੀ ਸੀ, ਆਟੋਮੋਬਾਈਲ ਕੰਪਨੀ ਦੀ, ਜਿਹੜੇ ਵਹੀਕਲਸ ਤਿਆਰ ਕਰਦੀ, ਜਿੱਦਾਂ 4 ਵੀਲਰ ਹੋ ਗਏ। 4 ਵੀਲਰ ਦਾ ਮਤਲਬ ਕਾਰਸ ਵਗੈਰਾ ਜੋ ਵੀ ਆ, ਇਹਨਾਂ ਨੂੰ ਤਿਆਰ ਕਰਦੀ ਟੈਲਕੋ ਕੰਪਨੀ, ਜਿਹਨੂੰ ਅੱਜ ਕੱਲ੍ਹ ਆਪਾਂ ਟਾਟਾ ਮੋਟਰਸ ਕਹਿੰਦੇ ਆ। ਇਟ ਸਟੇਟਿਡ ਦੈਟ ਦਾ ਕੰਪਨੀ ਰਿਕਵਾਇਰ ਯੰਗ। ਉਸ ਇਸ਼ਤਿਹਾਰ ਵਿੱਚ ਕੀ ਕਿਹਾ ਗਿਆ ਸੀ ਵੀ ਕੰਪਨੀ ਨੂੰ ਕਿਹੜੀ ਚੀਜ਼ ਚਾਹੀਦੀ ਆ? ਯੰਗ ਬ੍ਰਾਈਟ ਇੰਜੀਨੀਅਰ ਹਾਰਡ ਵਰਕਿੰਗ ਵਿਦ ਐਨ ਐਕਸੀਲੈਂਟ ਐਕੈਡੈਮਿਕ, ਇਹਨੂੰ ਐਕੈਡਮਿਕ ਨਹੀਂ ਬੋਲਣਾ, ਐਕੈਡੈਮਿਕ ਬੈਕਗਰਾਊਂਡ ਐਗਜ਼ੈਕਟਰਾ
ਹੁਣ ਉਹਨਾਂ ਨੇ ਕਿਹਾ ਵੀ ਕੰਪਨੀ ਨੂੰ ਚਾਹੀਦੇ ਆ ਨੌਜਵਾਨ ਹੋਣਹਾਰ ਇੰਜੀਨੀਅਰ ਜਿਹੜੇ ਬੜੇ ਮਿਹਨਤੀ ਹੋਣ ਤੇ ਉਹਨਾਂ ਦਾ ਜਿਹੜਾ ਐਕੈਡੈਮਿਕ ਬੈਕਗਰਾਊਂਡ ਉਹ ਬੜਾ ਵਧੀਆ ਹੋਵੇ, ਉਹਨਾਂ ਦੇ ਪਰਸੈਂਟੇਜ, ਉਹਨਾਂ ਦੇ ਮਾਰਕਸ ਉਹ ਕਾਫੀ ਮਤਲਬ ਬ੍ਰਿਲੀਅੰਟ ਹੋਣ। ਐਟ ਦਾ ਬੋਟਮ ਵਾਜ਼ ਅ ਲਾਈਨ, ਅਖੀਰ ਤੇ ਇੱਕ ਲਾਈਨ ਹੀ, ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ, ਵੀ ਜਿਹੜੀਆਂ ਲੜਕੀਆਂ ਵਾ ਉਹਨਾਂ ਨੂੰ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਆ, ਉਹਨੇ ਅਪਲਾਈ ਕਰਨ। ਆਈ ਰੀਡ ਇਟ, ਇਹਨੇ ਪੜ੍ਹਿਆ ਉਹ ਚੀਜ਼ ਨੂੰ ਐਂਡ ਵਾਸ ਵੈਰੀ ਅਪਸੈਟ, ਬੜੀ ਉਹ ਨਿਰਾਸ਼ ਹੋ ਗਈ। ਫॉर द फर्स्ट टाइम इन लाइफ आई वाज अप अगेंस्ट जेंडर डिस्क्रिमिनेशन। डिस्क्रिमिनेशन ਹੁੰਦੀ ਭਿੰਨਤਾ, ਜੈਂਡਰ ਮਤਲਬ ਲਿੰਗ ਦੇ ਆਧਾਰ 'ਤੇ ਭਿੰਨਤਾ ਕਰਨਾ, ਵੀ ਲੜਕੇ ਅਤੇ ਲੜਕੀ ਵਿੱਚ ਫਰਕ ਜਿਹਾ ਵੇਖਣਾ। ਉਹ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਉਦਾਸ ਹੋਈ ਸੀ ਜਦੋਂ ਉਹਨੇ ਆਹ ਚੀਜ਼ ਵੇਖੀ, ਜੈਂਡਰ ਡਿਸਕ੍ਰਿਮੀਨੇਸ਼ਨ, ਵੀ ਜਦੋਂ ਉਹਨਾਂ ਨੇ ਕਿਹਾ ਸੀ ਵੀ ਲੇਡੀ ਕੈਂਡੀਡੇਟ ਅਪਲਾਈ ਨਾ ਕਰੇ। ਦੋ ਆਈ ਵਾਸ ਨਾਟ ਕੀਨ ਔਨ ਟੇਕਿੰਗ ਅਪ ਦਾ ਜੋਬ, ਕੀਨ ਹੁੰਦਾ ਉਤਸੁਕ ਹੋਣਾ, ਦੋ ਦਾ ਮਤਲਬ ਹੁੰਦਾ ਭਾਵੇਂ ਉਹ ਇੰਨੀ ਉਤਸੁਕ ਨਹੀਂ ਕਿਉਂਕਿ ਉਹ ਤਾਂ ਬਾਹਰ ਜਾਣਾ ਚਾਹੁੰਦੀ ਸੀ, ਉਹ ਤਾਂ ਇੱਥੇ ਰਹਿਣਾ ਹੀ ਨਹੀਂ ਚਾਹੁੰਦੀ ਇੰਡੀਆ ਵਿੱਚ। ਆਈ ਸਾ ਇਟ ਐਜ਼ ਅ ਚੈਲੰਜ, ਪਰ ਫਿਰ ਵੀ ਉਹਨੇ ਇੱਕ ਹਿਸਾਬ ਇਹਨੂੰ ਚੈਲੰਜ ਲਿਆ ਵੀ ਮੈਂ ਅਪਲਾਈ ਕਰਦੀ, ਜੇ ਉਹਨਾਂ ਨੇ ਕਿਹਾ ਨਾ ਅਪਲਾਈ ਕਰੋ ਮੈਂ ਫਿਰ ਵੀ ਅਪਲਾਈ ਕਰੂੰਗੀ। ਆਈ ਹੈਡ ਡਨ ਐਕਸਟ੍ਰੀਮਲੀ ਵੈਲ ਇਨ ਐਕੈਡੈਮਿਕ, ਬੈਟਰ ਦੈਨ ਮੋਸਟ ਆਫ ਮਾਈ ਮੇਲ ਪੀਰਸ ਹੁੰਦੇ ਆ ਜਿੱਦਾਂ ਸਾਥੀ, ਜਿੱਦਾਂ ਆਪਾਂ ਕਲਾਸਮੇਟਸ ਕਹਿ ਦਈਦਾ, ਸਹਿਪਾਠੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਪੀਰਸ ਵੀ ਹੁੰਦੇ ਸਾਥੀ। ਇਹ ਕਹਿੰਦੀ ਇਹਨੇ ਦੱਸਿਆ ਵੀ ਮੇਰਾ ਜਿਹੜਾ ਐਕੈਡੈਮਿਕ ਰਿਕਾਰਡ ਸੀ ਨਾ ਉਹ ਬੜਾ ਵਧੀਆ ਸੀ ਆਪਣੇ ਸਾਥੀਆਂ ਨਾਲੋਂ, ਜਿਹੜੇ ਉਹਦੇ ਨਾਲ ਮੁੰਡੇ ਪੜ੍ਹਦੇ ਉਹਨਾਂ ਨਾਲੋਂ ਇਹਦਾ ਕਿਤੇ ਚੰਗਾ ਰਿਕਾਰਡ ਹੀ, ਬੜੇ ਵਧੀਆ ਮਾਰਕਸ ਇਹਦੇ ਆਉਂਦੇ ਸੀ। ਲਿਟਲ ਡਿਡ ਆਈ ਨੋ ਦੈਨ ਦੈਟ ਇਨ ਰੀਅਲ ਲਾਈਫ ਐਕੈਡੈਮਿਕ ਐਕਸੀਲੈਂਸ ਇਜ਼ ਨਾਟ ਇਨਫ ਟੂ ਬੀ ਸਕਸੈਸਫੁਲ। ਹਾਂ, ਉਹਨੂੰ ਇੱਕ ਚੀਜ਼ ਇਹ ਵੀ ਪਤਾ ਸੀ ਵੀ ਅਸਲ ਜ਼ਿੰਦਗੀ ਦੇ ਵਿੱਚ ਜਿਹੜੀ ਐਕੈਡੈਮਿਕ ਐਕਸੀਲੈਂਸ ਹੁੰਦੀ ਨਾ, ਇਹ ਮਤਲਬ ਇਹਦੇ ਨਾਲ ਹੀ ਆਪਾਂ ਸਕਸੈਸਫੁਲ ਇਕੱਲੀ ਇਹੋ ਚੀਜ਼ ਨਹੀਂ ਜਿਹੜੀ ਸਾਨੂੰ ਸਕਸੈਸਫੁਲ ਬਣਾ ਸਕਦੀ, ਸਾਡੀ ਪਰਸਨੈਲਿਟੀ ਵੀ ਚੰਗੀ ਹੋਣੀ ਚਾਹੀਦੀ ਆ, ਸਾਡੀ ਗਰੋਥ ਬੜੀ ਵਧੀਆ ਹੋਣੀ ਚਾਹੀਦੀ, ਸਾਡਾ ਐਟੀਟਿਊਡ ਚੰਗਾ ਹੋਣਾ ਚਾਹੀਦਾ, ਇਕੱਲਾ ਐਕੈਡੈਮਿਕ ਐਕਸੀਲੈਂਸ ਹੀ ਸਾਡੇ ਕੰਮ ਨਹੀਂ ਆਉਂਦੀ। ਆਫਟਰ ਰੀਡਿੰਗ ਦਾ ਨੋਟਿਸ ਆਈ ਵੈਂਟ ਫਿਊਮਿੰਗ ਟੂ ਮਾਈ ਰੂਮ। ਫਿਊਮਿੰਗ ਹੁੰਦਾ ਜਿੱਦਾਂ ਮਤਲਬ ਗੁੱਸੇ ਦੇ ਵਿੱਚ ਰਹਿਣਾ। ਜਦੋਂ ਇਹਨੇ ਨੋਟਿਸ ਜਿਹਾ ਪੜ੍ਹ ਲਿਆ ਅਤੇ ਇਹ ਆਪਣੇ ਕਮਰੇ 'ਚ ਪਹੁੰਚੀ ਅਤੇ ਬੜਾ ਇਹਨੇ ਗੁੱਸਾ ਜਿਹਾ ਪ੍ਰਗਟ ਕੀਤਾ, ਬੜੇ ਗੁੱਸੇ ਜਿਹੇ 'ਚ ਹੀ। ਆਈ ਡਿਸਾਈਡ ਟੂ ਇਨਫੋਰਮ ਦਾ ਟੋਪ ਮੋਸਟ ਪਰਸਨ ਇਨ ਟੈਲਕੋ ਮੈਨੇਜਮੈਂਟ ਅਬਾਊਟ ਦਾ ਇਨਜਸਟਿਸ ਦਾ ਕੰਪਨੀ ਵਾਜ਼ ਪਰ ਇਹ ਹੈਗਾ ਵਾ ਪਰਪਟ੍ਰੇਟਿੰਗ। ਹੁਣ ਇਹਨੇ ਕੀ ਡਿਸਾਈਡ ਕੀਤਾ, ਕੀ ਨਿਰਣੇ ਲਿਆ ਵੀ ਇਹ ਇਨਫੋਰਮ ਕਰਨਾ ਚਾਹੁੰਦੀ ਸੀ ਜਿਹੜਾ ਵੀ ਉੱਚ ਅਧਿਕਾਰੀ ਸੀ ਉਸ ਮੈਨੇਜਮੈਂਟ ਦਾ, ਵੀ ਉਹਨੂੰ ਦੱਸਣਾ ਚਾਹੁੰਦੀ ਸੀ ਵੀ ਤੁਹਾਡੀ ਕੰਪਨੀ ਕਿੱਦਾਂ ਦਾ ਅਨਿਆਂ ਕਰਦੀ ਪਈ ਹੈ, ਵੀ ਕਿਉਂ ਨਹੀਂ ਹਿੱਸਾ ਬਰਾਬਰ ਦਿੰਦੀ, ਲੜਕੀਆਂ ਅਤੇ ਲੜਕਿਆਂ ਵਿੱਚ ਫਰਕ ਕਿਉਂ ਪਾਉਂਦੀ ਪਈ ਹੈ। ਫਿਰ ਇਹਨੇ ਕੀ ਕੀਤਾ, ਆਈ ਗੋਟ ਆ, ਠੀਕ ਹੈ, ਇੱਥੋਂ ਤੱਕ ਹੀ ਆਪਾਂ ਅੱਜ ਸਟੱਡੀ ਕਰਦੇ ਹਾਂ, ਬਾਕੀ ਆਪਾਂ ਨੈਕਸਟ ਡੇ ਕਰਾਂਗੇ। ਤੁਸੀਂ ਵੀ ਥੋੜ੍ਹਾ ਕਰਕੇ ਪੜ੍ਹੀ ਜਾਓ ਚੱਜ ਨਾਲ, ਅਤੇ ਜਿਹੜੇ ਮੀਨਿੰਗ ਨੂੰ ਅੰਡਰਲਾਈਨ ਕਰਕੇ ਉੱਪਰ ਜੋ ਵੀ ਲਿਖਿਆ ਵਾ ਉਹ ਇੱਕ ਨੋਟਬੁੱਕ ਵਿੱਚ ਜਾਂ ਨੋਟ ਕਰੀ ਜਾਓ, ਅਤੇ ਉੱਦਾਂ ਦਿਮਾਗ ਵਿੱਚ ਬਿਠਾ ਕੇ ਰੱਖੋ ਕੀਨ ਦਾ ਮਤਲਬ ਕੀ ਹੁੰਦਾ ਵਾ, ਫਿਊਮਿੰਗ ਦਾ ਮਤਲਬ ਕੀ ਹੁੰਦਾ, ਇਹੋ ਜਿਹੀਆਂ ਚੀਜ਼ਾਂ। ਫਿਰ ਜਦੋਂ ਇਹ ਚੈਪਟਰ ਆਪਾਂ ਫਿਨਿਸ਼ ਕਰ ਲਾਂਗੇ, ਕੁਝ ਆਪਾਂ ਵਰਡ ਮੀਨਿੰਗ ਲਿਖਾਂਗੇ, ਉਦੋਂ ਉਹ ਚੀਜ਼ਾਂ ਨੋਟ ਕਰ ਲਿਓ। ਥੈਂਕ ਯੂ ਜੀ।